ਕਿ ਅਸੀਂ ਆਪਣੇ ਭਾਰਤੀ ਇਤਿਹਾਸ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਪਹਿਲਾ ਹਿੱਸਾ ਹੈ ਪ੍ਰਾਚੀਨ ਭਾਰਤ ਦਾ ਇਤਿਹਾਸ, ਤੇ ਦੂਸਰਾ ਹੈ ਮੱਧਕਾਲੀਨ ਭਾਰਤ ਦਾ ਇਤਿਹਾਸ, ਤੇ ਤੀਸਰਾ ਹਿੱਸਾ ਹੈ ਆਧੁਨਿਕ ਭਾਰਤ ਦਾ ਇਤਿਹਾਸ। ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰਾਚੀਨ ਭਾਰਤ ਦੇ ਇਤਿਹਾਸ ਦੀ, ਤੇ ਅਸੀਂ ਇਹਦੇ ਵਿੱਚ ਲੈਂਦੇ ਹਾਂ ਜਦੋਂ ਸਾਡਾ ਇਤਿਹਾਸ ਸ਼ੁਰੂ ਹੋਇਆ। ਅਸੀਂ ਆਪਣਾ ਇਤਿਹਾਸ ਜਿਹੜਾ ਹੈ ਸਿੰਧ ਘਾਟੀ ਦੀ ਸੱਭਿਅਤਾ ਤੋਂ ਮੰਨਦੇ ਹਾਂ, ਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਮੱਧਕਾਲੀਨ ਭਾਰਤ ਦਾ ਇਤਿਹਾਸ। ਇਸ ਕਾਲ ਵਿੱਚ ਜਿਹੜੇ ਵਿਦੇਸ਼ੀ ਹਮਲੇ ਸੀ ਭਾਰਤ ਤੇ ਹੋਣੇ ਸ਼ੁਰੂ ਹੋ ਚੁੱਕੇ ਸਨ, ਤੇ ਇਹਨਾਂ ਹਮਲਿਆਂ ਦੇ ਵਿੱਚੋਂ ਵਿਦੇਸ਼ੀ ਹਮਲਾਵਰਾਂ ਵਿੱਚੋਂ ਇੱਕ ਜਿਹੜਾ ਸੀ ਹਮਲਾਵਰ, ਉਸ ਦਾ ਨਾਮ ਬਾਬਰ ਸੀ। ਇਹ ਬਾਬਰ ਜਿਹੜਾ ਸੀ ਭਾਰਤ ਵਿੱਚ ਹਮਲਾ ਕਰਨ ਜਦੋਂ ਆਇਆ, ਉਸ ਵੇਲੇ ਇਹਦਾ ਮਕਸਦ ਸਿਰਫ ਇਹ ਸੀ ਕਿ ਭਾਰਤ ਦਾ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਪੈਸਾ ਲੁੱਟ ਕੇ ਆਪਣੇ ਰਾਜ ਨੂੰ ਅਮੀਰ ਕਰਨਾ ਚਾਹੁੰਦਾ ਸੀ। ਜਦੋਂ ਬਾਬਰ ਭਾਰਤ ਆਇਆ ਤੇ ਉਸਨੇ ਸਿਰਫ ਇਸੇ ਮਕਸਦ ਨੂੰ ਧਿਆਨ ਵਿੱਚ ਰੱਖਿਆ ਸੀ, ਪਰ ਫਿਰ ਜਦੋਂ ਉਸਨੇ ਦੇਖਿਆ ਕਿ ਭਾਰਤ ਦੀ ਜਿਹੜੀ ਰਾਜਨੀਤਿਕ ਅਵਸਥਾ ਹੈ, ਰਾਜਨੀਤਿਕ ਏਕਤਾ ਜਿਹੜੀ ਇੱਥੇ ਹੈ ਬੜੀ ਕਮਜ਼ੋਰ ਹੈ, ਕਿਉਂ ਨਾ ਉਹ ਇੱਥੇ ਦੀ ਰਾਜਨੀਤਿਕ ਕਮਜ਼ੋਰੀ ਦਾ ਫਾਇਦਾ ਉਠਾ ਕੇ ਪੱਕੇ ਤੌਰ ਤੇ ਭਾਰਤ ਦਾ ਸ਼ਾਸਕ ਬਣ ਜਾਵੇ। ਉਹ ਆਪਣੇ ਇਸ ਮਕਸਦ ਵਿੱਚ ਸਫਲ ਵੀ ਹੋ ਗਿਆ। ਪਹਿਲਾਂ ਉਸਨੇ ਪਾਣੀਪਤ ਦਾ ਯੁੱਧ ਲੜਿਆ ਭਾਰਤੀ ਇਤਿਹਾਸ ਵਿੱਚ, ਤੇ ਉਸ ਯੁੱਧ ਦੇ ਦੌਰਾਨ ਉਸਨੇ ਇੱਥੇ ਲਈ ਸਦਾ ਲਈ ਆਪਣੀ ਨੀਂਹ ਜਿਹੜੀ ਪੱਕੀ ਕਰ ਲਈ। ਉਸਨੇ ਦਿੱਲੀ ਤੇ ਆਪਣਾ ਅਧਿਕਾਰ ਕਰ ਲਿਆ, ਤੇ ਅਧਿਕਾਰ ਕਰਨ ਤੋਂ ਬਾਅਦ ਭਾਰਤ ਵਿੱਚ ਮੁਗਲ ਵੰਸ਼ ਦੀ ਨੀਂਹ ਰੱਖੀ। ਜਦੋਂ ਉਸਨੇ ਇੱਥੇ ਮੁਗਲ ਵੰਸ਼ ਦੀ ਨੀਂਹ ਰੱਖੀ, ਬਾਬਰ ਤੋਂ ਬਾਅਦ ਹੁਮਾਯੂੰ ਤੋਂ ਬਾਅਦ ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ, ਫਿਰ ਔਰੰਗਜ਼ੇਬ ਦੇ ਉੱਤਰਾਧਿਕਾਰੀ ਇੱਕ ਇੱਕ ਕਰਕੇ ਭਾਰਤ ਦੇ ਸ਼ਾਸਕ ਬਣੇ। ਤੇ ਹੁਣ ਅਸੀਂ ਬੱਚੇ ਕਰਾਂਗੇ ਕਿ ਜਦੋਂ ਇਹ ਸ਼ਾਸਕ ਬਣੇ, ਇੰਨੇ ਲੰਬੇ ਸਮੇਂ ਤੱਕ ਇਹਨਾਂ ਨੇ ਭਾਰਤ ਤੇ ਹਕੂਮਤ ਕੀਤੀ। ਉਸ ਹਕੂਮਤ ਦੇ ਵਿੱਚ ਇਹਨਾਂ ਨੇ ਭਾਰਤ ਨੂੰ ਕਿਹੋ ਜਿਹਾ ਪ੍ਰਸ਼ਾਸਨ ਦਿੱਤਾ। ਮੇਰਾ ਅੱਜ ਦਾ ਜਿਹੜਾ ਟੌਪਿਕ ਹੈ ਬੱਚੇ, ਉਹ ਹੈ ਮੁਗਲ ਰਾਜ ਪ੍ਰਣਾਲੀ ਤੇ ਸ਼ਾਸਨ ਪ੍ਰਬੰਧ। ਕਿਉਂਕਿ ਰਾਜ ਕਰਨਾ ਤੇ ਠੀਕ ਹੈ, ਇੱਕ ਵਿਦੇਸ਼ੀ ਹਮਲਾਵਰ ਨੇ ਇੱਥੇ ਆ ਕੇ ਪੱਕੇ ਤੌਰ ਤੇ ਆਪਣੇ ਪੈਰ ਜਮਾ ਲਏ, ਪਰ ਅਸੀਂ ਹੁਣ ਇਹ ਦੇਖਣਾ ਕਿ ਜਦੋਂ ਉਹਨਾਂ ਨੇ ਪੱਕੇ ਤੌਰ ਤੇ ਇੱਥੇ ਆਪਣੇ ਪੈਰ ਜਮਾ ਲਏ, ਭਾਰਤ ਨੂੰ ਸਦਾ ਲਈ ਅਪਣਾ ਲਿਆ, ਕਿ ਉਹਨਾਂ ਨੇ ਆਪਣੀ ਰਾਜ ਪ੍ਰਣਾਲੀ ਵਿੱਚ ਵੀ ਕੁਝ ਸੁਧਾਰ ਕੀਤੇ, ਕਿ ਭਾਰਤੀਆਂ ਨੂੰ ਵੀ ਉਸ ਰਾਜ ਪ੍ਰਣਾਲੀ ਵਿੱਚ ਲੈ ਕੇ ਚੱਲੇ। ਉਹਦੇ ਵਿੱਚ ਮੈਂ ਕੁਝ ਪੁਆਇੰਟਸ ਲੈਣੇ, ਜਿਨ੍ਹਾਂ ਵਿੱਚੋਂ ਪਹਿਲਾ ਪੁਆਇੰਟ ਸਾਡਾ ਹੈ ਬਾਦਸ਼ਾਹ ਜਾਂ ਮੁਗਲ ਰਾਜ ਪ੍ਰਣਾਲੀ ਦੀ ਨਵੀਂ ਵਿਚਾਰਧਾਰਾ। ਦੂਸਰਾ ਹੈ ਕੇਂਦਰੀ ਸਰਕਾਰ। ਤੀਸਰਾ ਹੈ ਪ੍ਰਾਂਤਕ ਅਤੇ ਸਥਾਨਕ ਰਾਜ ਪ੍ਰਬੰਧ। ਚੌਥਾ ਹੈ ਲਗਾਨ ਪ੍ਰਣਾਲੀ, ਤੇ ਪੰਜਵਾਂ ਹੈ ਨਿਆਂ ਪ੍ਰਬੰਧ। ਹੁਣ ਅਸੀਂ ਇੱਕ ਇੱਕ ਕਰਕੇ ਇਹਨਾਂ ਪੁਆਇੰਟਸ ਨੂੰ ਕਰਾਂਗੇ। ਸਭ ਤੋਂ ਪਹਿਲਾ ਜਿਹੜਾ ਮੇਰਾ ਪੁਆਇੰਟ ਹੈ, ਬਾਦਸ਼ਾਹ ਜਾਂ ਮੁਗਲ ਰਾਜ ਪ੍ਰਣਾਲੀ ਦੀ ਨਵੀਂ ਵਿਚਾਰਧਾਰਾ। ਅਸੀਂ ਬੱਚੇ ਗੱਲ ਕਰਦੇ ਹਾਂ ਮੁਗਲ ਸ਼ਾਸਨ ਪ੍ਰਣਾਲੀ ਦੀ, ਜਿਨ੍ਹਾਂ ਨੇ ਪੂਰੇ ਤੌਰ ਤੇ ਭਾਰਤ ਨੂੰ ਅਪਣਾ ਲਿਆ ਸੀ। ਸਭ ਤੋਂ ਪਹਿਲਾ ਜਿਹੜਾ ਮੁਗਲ ਸ਼ਾਸਕ ਸੀ ਬਾਬਰ ਸੀ। ਬਾਬਰ ਤੋਂ ਬਾਅਦ ਹੁਮਾਯੂੰ। ਜਦੋਂ ਇਹਨਾਂ ਦੋਨਾਂ ਸ਼ਾਸਕਾਂ ਨੇ ਭਾਰਤ ਵਿੱਚ ਆਪਣਾ ਰਾਜ ਪ੍ਰਬੰਧ ਸਥਾਪਿਤ ਕੀਤਾ ਸੀ, ਇਹਨਾਂ ਨੇ ਜਿਹੜੇ ਪਿਛਲੇ ਇਹਨਾਂ ਦੇ ਰੀਤੀ ਰਿਵਾਜ ਸੀ ਉਹਨਾਂ ਅਨੁਸਾਰ ਹੀ ਭਾਰਤ ਨੂੰ ਚਲਾਏ ਰੱਖਿਆ, ਸ਼ਾਸਨ ਪ੍ਰਣਾਲੀ ਦਿੱਤੀ। ਤੇ ਉਹਨਾਂ ਦੀ ਸ਼ਾਸਨ ਪ੍ਰਣਾਲੀ ਤੇ ਉਲਮਾ ਦਾ ਪ੍ਰਭਾਵ ਬਹੁਤ ਜ਼ਿਆਦਾ ਬਣਿਆ ਹੋਇਆ ਸੀ। ਇਹ ਉਲਮਾ ਜਿਹੜੇ ਸਨ, ਇਸਲਾਮ ਦੇ ਕਹਿ ਸਕਦੇ ਹਾਂ ਅਸੀਂ ਕੱਟੜ ਜਿਹੜੇ ਲੋਕੀ ਸਨ, ਉਹਨਾਂ ਨੂੰ ਉਲਮਾ ਕਹਿੰਦੇ ਸਨ, ਜਿਹੜੇ ਕਿ ਇਸਲਾਮ ਧਰਮ ਦੇ ਆਗੂ ਸਨ। ਇਹ ਜਿਹੜੇ ਆਗੂ ਸਨ, ਇਹਨਾਂ ਨੂੰ ਉਲਮਾ ਕਿਹਾ ਜਾਂਦਾ ਸੀ, ਤੇ ਇਹ ਆਪਣੇ ਅਨੁਸਾਰ ਹੀ ਪ੍ਰਸ਼ਾਸਨ ਨੂੰ ਚਲਾਉਂਦੇ ਸੀ। ਇਹਨਾਂ ਦਾ ਪ੍ਰਸ਼ਾਸਨ ਤੇ ਪੂਰੇ ਤੌਰ ਤੇ ਪੱਕੇ ਤੌਰ ਤੇ ਅਧਿਕਾਰ ਬਣਿਆ ਹੋਇਆ ਸੀ। ਇਹ ਜਦੋਂ ਪ੍ਰਸ਼ਾਸਨ ਚਲਾਉਂਦੇ ਸੀ, ਇਹ ਸਿਰਫ ਮੁਸਲਿਮ ਭਾਵਨਾਵਾਂ ਨੂੰ ਹੀ ਧਿਆਨ ਵਿੱਚ ਰੱਖਦੇ ਸਨ। ਹਿੰਦੂ ਜਨਤਾ ਬਾਰੇ ਇਹ ਕੁਝ ਨਹੀਂ ਸੀ ਸੋਚਦੇ। ਫਿਰ ਅਕਬਰ ਆਏ। ਅਕਬਰ ਰਾਜਗੱਦੀ ਤੇ ਜਦੋਂ ਬੈਠੇ, ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਭਾਰਤ ਦੀ ਜਿਹੜੀ ਜਨਤਾ ਜ਼ਿਆਦਾਤਰ ਹਿੰਦੂ ਜਨਤਾ ਹੈ, ਤੇ ਹਿੰਦੂ ਜਨਤਾ ਦੇ ਰੀਤੀ ਰਿਵਾਜਾਂ ਨੂੰ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ। ਇਸ ਕਰਕੇ ਅਕਬਰ ਨੇ 1579 ਈਸਵੀ ਵਿੱਚ ਇੱਕ ਪੱਤਰ ਜਾਰੀ ਕੀਤਾ। ਉਸ ਪੱਤਰ ਨੂੰ ਭਾਰਤੀ ਇਤਿਹਾਸ ਦੇ ਵਿੱਚ ਮਹਾਜਰ ਜਾਂ ਅਭੁਲਤਾ ਆਗਿਆ ਪੱਤਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਪੱਤਰ ਰਾਹੀਂ ਜਿਹੜਾ ਇਹਨਾਂ ਦਾ ਪ੍ਰਸਿੱਧ ਉਲਮਾ ਸੀ, ਉਸਦੇ ਸਭ ਤੋਂ ਪਹਿਲਾਂ ਤੇ ਹਸਤਾਖਰ ਕਰਵਾਏ ਗਏ। ਜਦੋਂ ਉਸਦੇ ਹਸਤਾਖਰ ਕਰਵਾਏ ਗਏ, ਉਹਦੇ ਵਿੱਚ ਉਹਨਾਂ ਨੇ ਖੁਦ ਮੰਨਿਆ
कि आने वाले समय विच जदों इस्लाम नूं लैके किसी तरह का कोई मतभेद हुंदा है ते उस मतभेद दे विच जिहड़ी अंतिम राय है अकबर दी मन्नी जाएगी। अकबर जो भी डिसीजन लेगा समय के अनुसार वो बिल्कुल ठीक मन्निया जाएगा। बस यह है कि जदों डिसीजन लिया जाएगा कुरान के रीति रिवाजां नूं ध्यान विच रखिया जाएगा। दूसरा जिहड़ा सी राजपथ दी रब्बी विचारधारा। राजपथ दी रब्बी विचारधारा तो भाव है कि जिन्ने भी मुगल शासक सन ये समझते सन कि इस धरती ते असीं ईश्वर दा रूप हाँ। ईश्वर ने सानू इस धरती ते भेजिया है ते असी ईश्वर दा प्रतिनिधि होने दे नाते ये साडा कर्तव्य बन जाता है कि असी जनता लई कुछ करिए। अकबर, जहांगीर, शाहजहां वर्गे जिहड़े शासक सन उन्हां ने जिले अल्लाह दी उपाधि नूं धारण कीता होया सी। तीसरा पॉइंट है मुसलमानां ते गैर मुसलमानां विच बराबरी। जिन्नी देर तक बाबर, हुमायूं रहे उन्होंने सिर्फ प्रशासन, बाबर ने तो अपना ज़्यादातर जड़ा समा सी सिर्फ जित्तां विच ही लगाया। वो सिर्फ अपने जीवन काल दे विच जित्तां विच ही लगे रहे। प्रशासन वाल उन्हां दा कोई खास ध्यान नहीं सी। उस तो बाद हुमायूं आए। हुमायूं ने भी प्रशासन संबंधी कुछ विशेष काम नहीं किए। फिर बाद विच अकबर आए। अकबर ने जदों अकबर भारत का पहला बादशाह सी जिन्हां ने महसूस किया कि भारत की जनता जिहड़ी है ज़्यादातर हिंदुआं दी है ते हिंदू जनता लई बहुत सारे उन्हां नूं काम करने चाहिए ने। इसलिए उन्होंने मुसलमानां दे समान हिंदुआं नूं भी इक्को जे अधिकार दिते ते उन्हां ने हिंदुआं नूं अधिकार दिंदे होए सब तो पहलां ते हिंदुआं ते जिहड़े नाजायज़ कर लगे हुए सन जिवें कि जजिया कर, हिंदू तीरथ यात्रा कर, इन्हां करां नूं उन्हां ने खत्म किया क्योंकि वो महसूस करते सन कि अपने ही देश विच उन्हां नूं एक जगह तो दूजी जगह जाण लई क्यों कर देना पवे। इस करके उन्होंने कर खत्म कर दिते और नाल दी नाल उन्होंने हिंदुआं नूं समाज दे विच उपर लियाण लई, मुसलमानां दे बराबर लियाण लई उन्हां नूं बहुत सारियां उच्चियां पदवियां दित्तियां ताकि उन्हां नूं भी लगे कि ये साडा राजपाट है। चौथा पॉइंट है प्रजा दी भलाई। अकबर ने प्रजा दी भलाई वाल बहुत ज़्यादा ध्यान दिता। वो महसूस करते सन कि बेशक साडे को अपार शक्तियां है पर इन्हां अपार शक्तियां दे बावजूद साडे कोल प्रजा दी भलाई करना बहुत जरूरी है क्योंकि प्रजा दे ही लई असी गद्दी ते बैठे हाँ। जेकर साडी प्रजा साडे कम्मां लई साडे नाल पूरी तरह सहमत नहीं होएगी ते साडे शासक बनन दा कोई फायदा नहीं। इसी करके अकबर ने ज़्यादा तो ज़्यादा प्रजा दी भलाई लई काम कीते। उस तो बाद है सामंती व्यवस्था। मुगल काल दी सब तो जिहड़ी नवीं गल सी वो सी सामंती व्यवस्था। सामंती व्यवस्था विच देखो बच्चों जदों अकबर सी अकबर ने बहुत सारियां जित्तां हासिल कीतियां। इन्हां जित्तां नूं हासिल करन दे नाल नाल उन्हां ने की कीता जिहड़े स्थानिक शासक सन उन्हां नूं नाल मिला के सामंत व्यवस्था बना लई। जिवें कि जिहड़े सामंत सन ओह अकबर नूं अपना शासक मनन लग पे। ਉਹ ਨਿਸ਼ਚਿਤ ਸਮੇਂ ਤੇ ਅਕਬਰ ਨੂੰ ਕਰ ਦਿੰਦੇ ਸਨ। ਕਰ ਦੇ ਨਾਲ ਨਾਲ ਉਹ ਉਹਨਾਂ ਨੂੰ ਜਦੋਂ ਕਰ ਦਿੰਦੇ ਸੀ ਤੇ ਉਹਨਾਂ ਨੂੰ ਆਪਣੀ ਪੂਰੀ ਸੈਨਿਕ ਸ਼ਕਤੀ ਵੀ ਪ੍ਰਦਾਨ ਕਰਦੇ ਸਨ। ਅਕਬਰ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਸੈਟੀਸਫਾਈ ਕੀਤਾ ਹੋਇਆ ਸੀ। ਉਹਨਾਂ ਦੇ ਪ੍ਰਸ਼ਾਸਨ ਵਿੱਚ ਕਿਸੇ ਤਰ੍ਹਾਂ ਦਾ ਹਸਤक्षेप ਨਹੀਂ ਸੀ ਕਰਦੇ ਤੇ ਨਾ ਹੀ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਪ੍ਰੈਸ਼ਰ ਹੇਠ ਲਿਆਉਂਦੇ ਸਨ। ਉਹਨਾਂ ਨੂੰ ਸਾਮੰਤ ਜ਼ਰੂਰ ਬਣਾਇਆ ਹੋਇਆ ਸੀ ਪਰ ਉਹ ਆਪਣੇ ਰਾਜ ਵਿੱਚ ਇੱਕ ਰਾਜੇ ਦੀ ਤਰ੍ਹਾਂ ਹੀ ਰਹਿੰਦੇ ਸਨ। ਉਸ ਤੋਂ ਬਾਅਦ ਹੈ ਵਿਦੇਸ਼ੀ ਤੇ ਦੇਸੀ ਤੱਤਾਂ ਦਾ ਸੁਮੇਲ। ਅਕਬਰ ਦੇ ਸਮੇਂ ਵਿੱਚ ਜਿਹੜੀ ਰਾਜ ਪ੍ਰਣਾਲੀ ਸੀ ਉਹ ਵਿਦੇਸ਼ੀ ਤੇ ਦੇਸੀ ਤੱਤਾਂ ਦਾ ਸੁਮੇਲ ਸੀ। ਇਹ ਜਿਹੜੀ ਹੈ ਈਰਾਨੀ ਅਰਬੀ ਪ੍ਰਣਾਲੀ ਦਾ ਭਾਰਤੀ ਰੂਪਾਂਤਰ ਸੀ। ਜਦੋਂ ਭਾਰਤ ਵਿੱਚ ਮੁਗਲ ਰਾਜ ਸਥਾਪਿਤ ਹੋਇਆ ਤਾਂ ਮੁਗਲ ਹਾਕਮਾਂ ਨੇ ईरान ਅਤੇ अरब ਰਾਜਾਂ ਵਿੱਚ ਪ੍ਰਚਲਿਤ ਅਬਾਸਿਦ ਖਲੀਫਿਆਂ ਦੀ ਸ਼ਾਸਨ ਪ੍ਰਣਾਲੀ ਨੂੰ ਲਾਗੂ ਕੀਤਾ
पर जदों ਉਹ ਭਾਰਤੀ ਲੋਕਾਂ ਦੇ ਸੰਪਰਕ ਵਿੱਚ ਆਏ ਤੇ ਉਹਨਾਂ ਨੂੰ ਲੱਗਿਆ ਕਿ ਸਾਨੂੰ ਭਾਰਤ ਦੀਆਂ ਚੀਜ਼ਾਂ ਨੂੰ ਵੀ ਅਪਣਾਉਣਾ ਚਾਹੀਦਾ ਹੈ। ਇਸ ਕਰਕੇ ਉਹਨਾਂ ਨੇ ਆਪਣੇ ਦਰਬਾਰ ਦੇ ਜਿਹੜੇ ਸਨ ਮੁੱਖ ਚੀਜ਼ਾਂ, ਫਿਰ ਕੇਂਦਰੀ ਰਾਜ ਪ੍ਰਬੰਧ ਤੇ ਨਿਆਂ ਪ੍ਰਬੰਧ ਨੂੰ ਵਿਦੇਸ਼ੀ ਢੰਗ ਨਾਲ ਸਜਾਇਆ, ਪਰ ਜਿਹੜੀ ਪਿੰਡ ਪ੍ਰਬੰਧ ਸੀ, ਪਿੰਡ ਦੇ ਪ੍ਰਬੰਧ, ਲਗਾਨ ਪ੍ਰਣਾਲੀ ਆਦਿ ਨੂੰ ਦੇਸੀ ਢੰਗ ਨਾਲ ਹੀ ਸੰਗਠਿਤ ਕੀਤਾ। ਉਹਨਾਂ ਨੇ ਸੈਨਿਕ ਪ੍ਰਬੰਧ ਵਿੱਚ ਵਿਦੇਸ਼ੀ ਤੱਤਾਂ ਦੇ ਨਾਲ ਕੁਝ ਦੇਸੀ ਤਾਕਤਾਂ ਨੂੰ ਵੀ ਸਨਮਾਨਿਤ ਕੀਤਾ। ਬੱਚੇ ਇਹ ਸਾਰੇ ਪੁਆਇੰਟਸ ਤੁਸੀਂ ਨੋਟ ਕਰੋ। ਉਸ ਤੋਂ ਬਾਅਦ ਉਮੀਦ ਹੈ ਇਹ ਸਾਰੇ ਪੁਆਇੰਟਸ ਤੁਹਾਨੂੰ ਸਮਝ ਲੱਗ ਗਏ ਹੋਣਗੇ। ਇਹ ਸਾਰੇ ਪੁਆਇੰਟਸ ਨੋਟ ਕਰਨ ਤੋਂ ਬਾਅਦ ਹੁਣ ਅਸੀਂ ਅੱਗੇ ਚੱਲਾਂਗੇ। ਕੇਂਦਰੀ ਸਰਕਾਰ, ਜਦੋਂ ਅਸੀਂ ਗੱਲ ਕਰਦੇ ਹਾਂ ਕੇਂਦਰੀ ਸਰਕਾਰ, ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲਵਾਂਗੇ ਬਾਦਸ਼ਾਹ। ਬਾਦਸ਼ਾਹ ਮੁਗਲ ਜਿਹੜੇ ਸਨ ਉਹ ਬਾਦਸ਼ਾਹ ਕਹਿਲਾਉਂਦੇ ਸਨ। ਰਾਜ ਪ੍ਰਬੰਧ ਦਾ ਮੁਖੀਆ ਜਿਹੜਾ ਸੀ ਬਾਦਸ਼ਾਹ ਹੁੰਦਾ ਸੀ। ਉਸ ਨੂੰ ਅਸੀਮਿਤ ਅਧਿਕਾਰ ਹੁੰਦੇ ਸਨ। ਕਾਨੂੰਨ ਬਣਾਉਣਾ, ਕਾਨੂੰਨ ਨੂੰ ਲਾਗੂ ਕਰਨਾ, ਕਾਨੂੰਨ ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇਣਾ, ਸੈਨਾ ਨੂੰ ਆਪਣੇ ਅਧੀਨ ਰੱਖਣਾ ਆਦਿ ਸਭ ਸ਼ਕਤੀਆਂ ਦੀ ਵਰਤੋਂ ਉਹ ਆਪ ਕਰਦਾ ਸੀ। ਉਹ ਆਪਣੇ ਆਪ ਨੂੰ ਈਸ਼ਵਰ ਦਾ ਪ੍ਰਤੀਨਿਧੀ ਸਮਝਦਾ ਸੀ। ਉਸਦੇ ਕਈ ਵਿਸ਼ੇਸ਼ ਅਧਿਕਾਰ ਹੁੰਦੇ ਸਨ ਜਿਨ੍ਹਾਂ ਦੀ ਕੋਈ ਵਰਤੋਂ ਨਹੀਂ ਸੀ ਕਰ ਸਕਦਾ। ਸਿਰਫ ਇੱਕ ਬਾਦਸ਼ਾਹ ਹੀ ਇਹਨਾਂ ਚੀਜ਼ਾਂ ਦੀ ਵਰਤੋਂ ਕਰ ਸਕਦਾ ਸੀ, ਜਿਵੇਂ ਕਿ ਝਰੋਖਾ ਦਰਸ਼ਨ। ਝਰੋਖਾ ਦਰਸ਼ਨ ਜਿਹੜੇ ਬੱਚੇ ਹੈ 2 ਨੰਬਰ ਲਈ ਕਈ ਵਾਰ ਪੁੱਛਿਆ ਜਾਂਦਾ ਹੈ ਕਿ ਝਰੋਖਾ ਦਰਸ਼ਨ ਤੋਂ ਕੀ ਭਾਵ ਹੈ। ਝਰੋਖਾ ਦਰਸ਼ਨ ਕੀ ਹੁੰਦਾ ਸੀ ਕਿ ਰਾਜਾ ਜਿਹੜਾ ਸੀ ਸਵੇਰੇ ਆਪਣੇ ਮਹਿਲ ਦੇ ਇੱਕ ਖਿੜਕੀ ਤੇ ਖੜਾ ਹੁੰਦਾ ਸੀ ਤੇ ਜਨਤਾ ਆਪਣੇ ਸ਼ਾਸਕ ਦੇ ਦਰਸ਼ਨ ਕਰਦੇ ਸਨ। ਇਸ ਨੂੰ ਝਰੋਖਾ ਦਰਸ਼ਨ ਕਿਹਾ ਜਾਂਦਾ ਸੀ। ਇਹ ਝਰੋਖਾ ਦਰਸ਼ਨ ਜਿਹੜਾ ਸੀ ਸਿਰਫ ਰਾਜਾ ਹੀ ਦੇ ਸਕਦਾ ਸੀ। ਇਸ ਤੋਂ ਬਾਅਦ ਹੈ ਕਿ ਬਾਦਸ਼ਾਹ ਜਿਹੜਾ ਸੀ ਸਿਰਫ ਉਹੀ ਆਪਣੇ ਨਾਮ ਦੇ ਸਿੱਕੇ ਜਾਰੀ ਕਰ ਸਕਦਾ ਸੀ। ਹਰ ਕਿਸੇ ਨੂੰ ਆਪਣੇ ਨਾਮ ਦੇ ਸਿੱਕੇ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਫਿਰ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣਾ ਸਿਰਫ ਇਹ ਇੱਕ ਰਾਜਾ ਹੀ ਕਰ ਸਕਦਾ ਸੀ। ਫਿਰ ਸ਼ੇਰ ਦਾ ਸ਼ਿਕਾਰ ਕਰਨਾ, ਹਾਥੀਆਂ ਦੀ ਲੜਾਈ ਦੀ ਆਗਿਆ ਦੇਣਾ, ਮੰਤਰੀਆਂ ਤੇ ਸਰਦਾਰਾਂ ਨੂੰ ਖਿਤਾਬ ਦੇਣਾ ਆਦਿ ਉਸਦੇ ਅਧਿਕਾਰ ਸੀ। ਹੁਣ ਦੇਖੋ ਇੰਨੀਆਂ ਜ਼ਿਆਦਾ ਸ਼ਕਤੀਆਂ ਹੋਣ ਤੇ ਇੱਕ ਰਾਜਾ ਜਿਹੜਾ ਹੈ ਉਹ ਕੁਝ ਵੀ ਕਰ ਸਕਦਾ ਸੀ, ਪਰ ਮੁਗਲ ਸ਼ਾਸਕਾਂ ਨੇ ਆਪਣੀ ਸ਼ਕਤੀ ਦਾ ਕਦੀ ਵੀ ਦੁਰਪਯੋਗ ਨਹੀਂ ਕੀਤਾ। ਖਾਸ ਤੌਰ ਤੇ ਅਕਬਰ ਨੇ ਤਾਂ ਬਿਲਕੁਲ ਹੀ ਨਹੀਂ। ਅਕਬਰ ਇੱਕ ਅਜਿਹਾ ਸ਼ਾਸਕ ਸੀ ਜਿਹੜਾ ਸਿਰਫ ਪ੍ਰਜਾ ਦੀ ਭਲਾਈ ਨੂੰ ਹੀ ਹਮੇਸ਼ਾ ਪ੍ਰੈਫਰੈਂਸ ਦਿੰਦਾ ਸੀ। ਅਕਬਰ ਜਿਹੜਾ ਸੀ ਉਹ ਤੜਕੇ ਉੱਠ ਕੇ ਜਨਤਾ ਨੂੰ ਝਰੋਖਾ ਦਰਸ਼ਨ ਦਿੰਦਾ ਸੀ। ਝਰੋਖਾ ਦਰਸ਼ਨ ਦੇਣ ਤੋਂ ਬਾਅਦ ਉਹ ਲੋਕਾਂ ਨੂੰ ਦੀਵਾਨੇ ਆਮ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਂਦੀਆਂ ਸਨ। ਉਸ ਤੋਂ ਬਾਅਦ ਉਹਨਾਂ ਨੇ ਦੀਵਾਨੇ ਖਾਸ, ਜਿਹਦੇ ਵਿੱਚ ਸਰਕਾਰੀ ਅਧਿਕਾਰੀਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਲੋਕਾਂ ਦੀ ਭਲਾਈ ਕਰਨ ਦੇ ਹੁਕਮ ਦਿੱਤੇ ਜਾਂਦੇ ਸਨ। ਫਿਰ ਇਹ ਸਾਰੇ ਕੰਮ ਅਕਬਰ ਦੇ ਆਮ ਰੂਟੀਨ ਦੇ ਹੁੰਦੇ ਸਨ। ਫਿਰ ਅਕਬਰ ਜਿਹੜਾ ਸੀ ਇਸ ਸਿਧਾਂਤ ਤੇ ਹੀ ਹਮੇਸ਼ਾ ਰਹਿੰਦਾ ਸੀ ਕਿ ਜਨਤਾ ਦੀ ਵੱਧ ਤੋਂ ਵੱਧ ਭਲਾਈ ਕੀਤੀ ਜਾਵੇ। ਅਕਬਰ ਜਿਹੜਾ ਸੀ ਆਪਣੇ ਇਹ ਸਾਰੇ ਕੰਮ ਕਿਉਂਕਿ ਉਹ ਇਕੱਲੇ ਨਹੀਂ ਸੀ ਕਰ ਸਕਦੇ, ਇਸ ਕਰਕੇ ਮੁਗਲ ਸ਼ਾਸਕ ਜਿਹੜੇ ਸਨ ਉਹਨਾਂ ਨੇ ਰਾਜ ਪ੍ਰਬੰਧ ਨੂੰ ਹੋਰ ਵੀ ਵਧੀਆ ਤਰੀਕੇ ਨਾਲ ਚਲਾਉਣ ਲਈ ਮੰਤਰੀਆਂ ਦੀ ਨਿਯੁਕਤੀ ਕੀਤੀ ਹੋਈ ਸੀ। ਜਿਵੇਂ ਕਿ ਬੱਚੇ ਤੁਸੀਂ ਸਾਰੇ ਪੁਆਇੰਟਸ ਦੇਖ ਰਹੇ ਹੋ, ਇਹਨਾਂ ਪੁਆਇੰਟਸ ਨੂੰ ਨਾਲ ਦੀ ਨਾਲ ਨੋਟ ਕਰਦੇ ਜਾਓ। ਹੁਣ ਜਦੋਂ ਅਸੀਂ ਮੰਤਰੀ ਸੈਕੰਡ ਪੁਆਇੰਟ ਲੈਨੇ ਆ ਮੰਤਰੀ, ਤੇ ਇਹਦੇ ਵਿੱਚ ਤੁਸੀਂ ਫਸਟ ਪੁਆਇੰਟ ਦੇਖ ਰਹੇ ਹੋ ਵਕੀਲ ਜਾਂ ਵਜ਼ੀਰ। ਵਜ਼ੀਰ ਜਿਹੜਾ ਸੀ ਉਹ ਰਾਜੇ ਤੋਂ ਬਾਅਦ ਦੂਸਰੇ ਨੰਬਰ ਤੇ ਆਂਦਾ ਸੀ। ਵਕੀਲ ਦਾ ਜਿਹੜਾ ਕੰਮ ਸੀ ਉਹ ਬਾਦਸ਼ਾਹ ਨੂੰ ਹਰ ਮਾਮਲੇ ਬਾਰੇ ਸਲਾਹ ਦੇਣਾ ਹੁੰਦਾ ਸੀ, ਰਾਜ ਦੇ ਸਾਰੇ ਵਿਭਾਗਾਂ ਦੀ ਦੇਖਭਾਲ ਕਰਦਾ ਸੀ ਅਤੇ ਰਾਜ ਦੇ ਨਾਲ ਅਕਬਰ ਦੇ ਜਿਹੜੇ ਰਾਜ ਦੇ ਸਾਰੇ ਪ੍ਰਬੰਧਾਂ ਬਾਰੇ ਉਸਦਾ ਇੱਕ ਫਰਜ਼ ਬਣਦਾ ਸੀ ਕਿ ਉਹ ਹਰ ਵੇਲੇ ਹਰ ਮਸਲੇ ਤੇ ਰਾਜੇ ਨੂੰ ਕਿਸੇ ਤਰ੍ਹਾਂ ਦੀ ਵੀ ਜਵਾਬ ਦੇਣ ਲਈ ਜ਼ਿੰਮੇਵਾਰ ਹੁੰਦਾ ਸੀ। ਅਕਬਰ ਦੇ ਸਮੇਂ ਵਕੀਲ ਦੀ ਸ਼ਕਤੀ ਜਿਹੜੀ ਉਹ ਬਹੁਤ ਜ਼ਿਆਦਾ ਹੁੰਦੀ ਸੀ। ਉਸ ਦੇ ਸਮੇਂ ਜਿਹੜਾ ਪ੍ਰਸਿੱਧ ਵਕੀਲ ਸੀ ਵੈਰਮ ਖਾਨ ਸੀ। ਵੈਰਮ ਖਾਨ ਜਿਹੜਾ ਸੀ ਬੜਾ ਹੀ ਯੋਗ ਵਜ਼ੀਰ ਸੀ। ਉਸ ਦੇ ਸਮੇਂ ਵਜ਼ੀਰ ਦੀਆਂ ਸ਼ਕਤੀਆਂ ਬਹੁਤ ਹੀ ਸੀ।
पर उसकी मौत तो बाद हौली हौली वकील ਜਾਂ वजीर ਦੀਆਂ शक्तियां घटनियां शुरू हो गईयां। दूसरा है दीवाने आला। दीवाने आला जिहड़ा मुगल साम्राज का एक बहुत ही महत्वपूर्ण मंत्री सी, उसनों वित्त मंत्री भी कहा जाता सी। ਉਹ आमदन ਅਤੇ कर ਦਾ पूरा रिकॉर्ड रखता सी ਅਤੇ ਉਹ ਭੂਮੀਕਰ संबंधी सारे नियम बनाता सी। दूजे करां ਦੀਆਂ दरां भी ਉਹ निर्धारित करता सी। उस दे दस्तखत तो बिना किसी तरह की कोई रकम नहीं सी कढ़ी जा सकती। ਉਹ प्रांतक दीवाना दे ਕੰਮਾਂ ਦੀ निगरानी करता सी। ਉਹਨਾਂ ਦੀ नियुक्ति ਦੇ बारे सम्राट ਨੂੰ सलाह भी दिंदा सी। अकबर दे समय मुजफ्फर खान टोडरमल एक प्रसिद्ध दीवान सन, वजीर दीवाने वाला सन। उस तो बाद असी गल करांगे मीर बख्शी। मीर बख्शी जिहड़ा सी केंद्री सरकार दे प्रसिद्ध मंत्रियों विचों एक सी। ਉਹ सैनिक ਅਤੇ सिविल अधिकारियों ਨੂੰ तनख्वाह दिंदा सी। सैनिकां दी भर्ती करना, ਉਹਨਾਂ ਦਾ ਹੁਲੀਆ रिकॉर्ड करना, घोड़ियां ਨੂੰ ਦਾਗਣ ਦਾ ਕੰਮ करना, सैनिकां ਦੇ ਵਿੱਚ अनुशासन ਲਿਆਣਾ, सैनिकां ਨੂੰ पूरी तरह ट्रेनिंग देना ताकि ਜਦੋਂ ਵੀ ਲੋੜ ਪਵੇ युद्ध ਦੀ ਤੇ ਉਹ ਸੈਨਾ युद्ध ਕਰਨ ਲਈ हर ਵੇਲੇ ਤਿਆਰ ਰਵੇ। ਇਹ ਸਾਰੇ ਜਿਹੜੇ ਕੰਮ ਸੀ ਇਹ ਮੀਰ ਬਖਸ਼ੀ ਦੇ ਹੁੰਦੇ ਸਨ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਮੁੱਖ ਸਦਰ। ਮੁੱਖ ਸਦਰ ਜਿਹੜਾ ਸੀ ਧਰਮ ਕਰਮ ਦੇ ਵਿਭਾਗ ਦਾ ਮੁਖੀ ਹੁੰਦਾ ਸੀ। ਉਸ ਨੂੰ ਸਦਰੇ ਸਦਰ ਵੀ ਕਿਹਾ ਜਾਂਦਾ ਸੀ। ਉਸ ਦੇ ਮੁੱਖ ਕੰਮ ਜਿਹੜੇ ਸੀ ਸਾਮਰਾਜ ਦੇ ਮਹਾਤਮਾਵਾਂ ਅਤੇ ਪੀਰਾਂ ਫਕੀਰਾਂ ਦੀ ਸੂਚੀ ਤਿਆਰ ਕਰਨਾ, ਉਹਨਾਂ ਨੂੰ ਅਨੁਦਾਨ ਦੇਣਾ, ਸਕੂਲਾਂ ਨੂੰ ਭੂਮੀ ਦੇਣਾ ਅਤੇ ਉਹਨਾਂ ਦਾ ਰਿਕਾਰਡ ਰੱਖਣਾ ਆਦਿ ਉਸਦੇ ਕੰਮ ਹੁੰਦੇ ਸਨ। ਫਿਰ ਅਸੀਂ ਗੱਲ ਕਰਾਂਗੇ ਖਾਨੇ ਸਾਮਾਨ। ਖਾਨੇ ਸਾਮਾਨ ਜਿਹੜਾ ਸੀ ਇਹ ਸ਼ਾਹੀ ਘਰਾਣੇ ਦੇ ਘਰੇਲੂ ਕਾਰਜਾਂ ਦਾ ਮੰਤਰੀ ਸੀ। ਉਸ ਨੂੰ ਮੀਰੇ ਸਾਮਾਨ ਵੀ ਕਿਹਾ ਜਾਂਦਾ ਸੀ। ਇਹ ਬਾਦਸ਼ਾਹ ਅਤੇ ਹਰਮ ਦੀਆਂ ਸਭ ਜ਼ਰੂਰਤਾਂ ਨੂੰ ਪੂਰਾ ਕਰਨ, ਸ਼ਾਹੀ ਕਾਰਖਾਨਿਆਂ ਦਾ ਪ੍ਰਬੰਧ ਕਰਨ, ਸ਼ਾਹੀ ਦਰਬਾਰ ਨੂੰ ਸਜਾ ਕੇ ਰੱਖਣਾ, ਵਿਸ਼ੇਸ਼ ਮੌਕਿਆਂ ਤੇ ਦਾਵਤਾਂ ਦਾ ਅਤੇ ਭੋਜਾਂ ਦਾ ਪ੍ਰਬੰਧ ਕਰਨਾ ਇਸ ਦੇ ਮੁੱਖ ਕੰਮ ਹੁੰਦੇ ਸਨ। ਫਿਰ ਅਸੀਂ ਗੱਲ ਕਰਾਂਗੇ ਮੁੱਖ ਕਾਜੀ। ਮੁੱਖ ਕਾਜੀ ਜਿਹੜੇ ਸਨ ਇਹ ਸਾਮਰਾਜ ਦੇ ਨਿਆਇਧੀਸ਼ ਸਨ। ਇਹ सम्राट ਨੂੰ ਨਿਆਏ ਸੰਬੰਧੀ ਮਾਮਲਾਂ ਦੇ ਵਿੱਚ ਸਲਾਹ ਦਿੰਦੇ ਸਨ। ਕਾਜ਼ੀਆਂ ਨੂੰ ਨਿਯੁਕਤ ਕਰਨਾ, ਉਹਨਾਂ ਦੀ ਕਚਹਿਰੀਆਂ ਦੀ ਨਿਗਰਾਨੀ ਕਰਨਾ ਅਤੇ ਅਪੀਲ ਸੰਬੰਧੀ ਮੁਕੱਦਮਿਆਂ ਦਾ ਨਿਰਣਾ ਕਰਨਾ ਉਹਨਾਂ ਦੇ ਕੰਮ ਹੁੰਦੇ ਸਨ। ਬੱਚੇ ਲਾਸਟ ਜਿਹੜਾ ਪੁਆਇੰਟ ਹੈ ਉਹ ਹੈ ਹੋਰ ਮੰਤਰੀ ਜਾਂ ਮੁੱਖ ਅਧਿਕਾਰੀ। ਇਹਨਾਂ ਮੰਤਰੀਆਂ ਤੋਂ ਇਲਾਵਾ ਹੋਰ ਮੰਤਰੀ ਸਨ ਜਿਵੇਂ ਮੀਰ ਆਤਿਸ਼। ਮੀਰ ਆਤਿਸ਼ ਜਿਹੜਾ ਸੀ ਉਹ ਤੋਪਖਾਨੇ ਦਾ ਮੁਖੀਆ ਸੀ। ਦਰੋਗਾ ਡਾਕ ਚੌਂਕੀ ਡਾਕ ਦਾ ਪ੍ਰਬੰਧ ਸੀ। ਇਸ ਤਰ੍ਹਾਂ ਕਈ ਮੰਤਰੀ ਸਨ। ਇਹ ਸਾਰੇ ਮਿਲ ਕੇ ਜਿੰਨੇ ਵੀ ਅਸੀਂ ਮੰਤਰੀ ਦੇਖੋ ਸਾਰੇ ਤੁਸੀਂ ਨੋਟ ਕਰੋ। ਇਹ ਸਾਰੇ ਜਿਹੜੇ ਮੰਤਰੀ ਸੀ ਬਾਦਸ਼ਾਹ ਦੀ ਪ੍ਰਸ਼ਾਸਨ ਚਲਾਉਣ ਦੇ ਵਿੱਚ ਮਦਦ ਕਰਦੇ ਸਨ। ਹਾਂਜੀ ਬੱਚੇ ਸਾਰੇ ਪੁਆਇੰਟਸ ਨੋਟ ਕਰੋ। ਉਸ ਤੋਂ ਬਾਅਦ ਅਸੀਂ ਚੱਲਾਂਗੇ ਪ੍ਰਾਂਤਕ ਅਤੇ ਸਥਾਨਕ ਰਾਜ ਪ੍ਰਬੰਧ। ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰਾਂਤਕ ਅਤੇ ਸਥਾਨਕ ਰਾਜ ਪ੍ਰਬੰਧ ਦੀ, ਅਕਬਰ ਪਹਿਲਾ ਬਾਦਸ਼ਾਹ ਸੀ ਜਿਸ ਨੇ ਸਾਮਰਾਜ ਨੂੰ ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀ। ਅਕਬਰ ਦੇ ਸਮੇਂ ਕੁੱਲ 15 ਪ੍ਰਾਂਤ ਸਨ। ਇਹ ਸਨ ਇਲਾਹਾਬਾਦ, ਆਗਰਾ, ਅਵਧ, ਅਜਮੇਰ, ਅਹਿਮਦਾਬਾਦ, ਬਿਹਾਰ, ਬੰਗਾਲ, ਦਿੱਲੀ, ਕਾਬੁਲ, ਲਾਹੌਰ, ਮੁਲਤਾਨ, ਮਾਲਵਾ, ਅਹਿਮਦਨਗਰ, ਬਰਾਰ ਅਤੇ ਖਾਨਦੇਸ਼। ਜਹਾਂਗੀਰ ਦੇ ਸਮੇਂ ਉੜੀਸਾ, ਕਸ਼ਮੀਰ, ਸਿੰਧ ਅਤੇ ਬੀਦਰ ਨਾਮੀ 4 ਨਵੇਂ ਪ੍ਰਾਂਤ ਬਣ ਗਏ ਤੇ ਇਸ ਤਰ੍ਹਾਂ ਪ੍ਰਾਂਤਾਂ ਦੀ ਜਿਹੜੀ ਗਿਣਤੀ ਸੀ 19 ਹੋ ਗਈ। ਔਰੰਗਜ਼ੇਬ ਦੇ ਸਮੇਂ ਬੀਜਾਪੁਰ ਤੇ ਗੋਲਕੁੰਡਾ ਨੂੰ ਮਿਲਾ ਕੇ ਇਹਨਾਂ ਦੀ ਸੰਖਿਆ 21 ਤੱਕ ਪਹੁੰਚ ਗਈ। ਹੁਣ ਅਸੀਂ ਪ੍ਰਾਂਤਕ ਦੇ ਜਿਹੜੇ ਅਸੀਂ ਬੱਚੇ ਕਰ ਰਹੇ ਹਾਂ ਪ੍ਰਾਂਤਕ ਅਤੇ ਸਥਾਨਕ ਰਾਜ ਪ੍ਰਬੰਧ, ਇਹਦੇ ਵਿੱਚੋਂ ਅਸੀਂ ਫਸਟ ਪੁਆਇੰਟ ਲਵਾਂਗੇ ਸਿਪਾਹ ਸਲਾਰ ਜਾਂ ਫਿਰ ਨਾਜ਼ੀਮ।
ਪ੍ਰਸ਼ਾਸਨ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਉਸ ਨੂੰ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। ਅਕਬਰ ਦੇ ਸਮੇਂ ਇਹ ਗਿਣਤੀ ਜਿਹੜੀ ਸੀ 15 ਸੀ। ਅਕਬਰ ਨੇ ਹਰ ਪ੍ਰਾਂਤ ਦਾ ਇੱਕ ਮੁਖੀ ਬਣਾਇਆ ਹੋਇਆ ਸੀ, ਜਿਸ ਨੂੰ ਸਿਪਾਹ ਸਲਾਰ ਜਾਂ ਨਾਜ਼ਿਮ ਕਿਹਾ ਜਾਂਦਾ ਸੀ। ਇਹ ਜਿਹੜਾ ਨਾਜ਼ਿਮ ਸੀ ਪੂਰੀ ਤਰ੍ਹਾਂ ਆਪਣੇ ਪ੍ਰਾਂਤ ਨੂੰ ਚਲਾਉਣ ਲਈ ਜ਼ਿੰਮੇਵਾਰ ਹੁੰਦਾ ਸੀ। ਉਸ ਦਾ ਸਭ ਤੋਂ ਜਿਹੜਾ ਵੱਡਾ ਕੰਮ ਸੀ ਪ੍ਰਾਂਤ ਦੇ ਵਿੱਚ ਸ਼ਾਂਤੀ ਤੇ ਵਿਵਸਥਾ ਨੂੰ ਸਥਾਪਿਤ ਕਰਨਾ ਸੀ ਤੇ ਨਾਲ ਦੀ ਨਾਲ ਸੂਬੇ ਦੇ ਲੋਕਾਂ ਨੂੰ ਨਿਆਂ ਦਿਵਾਉਣਾ, ਉਹਨਾਂ ਦੀ ਭਲਾਈ ਅਤੇ ਸੁੱਖ ਵੱਲ ਧਿਆਨ ਦੇਣਾ, ਖੇਤੀ, ਉਦਯੋਗ ਅਤੇ ਵਪਾਰ ਦੀ ਉੱਨਤੀ ਲਈ ਉਚਿਤ ਕਦਮ ਉਠਾਉਣਾ, ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਕਰਨਾ, ਸੂਬੇ ਦੇ ਸੈਨਿਕਾਂ ਨੂੰ ਅਨੁਸ਼ਾਸਨ ਵਿੱਚ ਰੱਖਣਾ ਤੇ ਦੀਵਾਨ ਵੀ ਭੂਮੀ ਕਰ ਸੰਬੰਧੀ ਸਾਰੇ ਕੰਮ ਵਿੱਚ ਉਸ ਦੇ ਦੀਵਾਨ ਦੀ ਮਦਦ ਕਰਨਾ। ਇਹ ਸਾਰੇ ਕੰਮ ਸਿਪਾਹ ਸਲਾਰ ਜਾਂ ਨਾਜ਼ਿਮ ਦੇ ਹੁੰਦੇ ਸਨ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਸ਼ਕਤੀ ਕੇਂਦਰ ਵਿੱਚ ਰਾਜੇ ਦੀ ਹੁੰਦੀ ਸੀ, ਉਹੀ ਸ਼ਕਤੀ ਪ੍ਰਾਂਤ ਦੇ ਵਿੱਚ ਨਾਜ਼ਿਮ ਦੀ ਹੁੰਦੀ ਸੀ। ਨਾਜ਼ਿਮ ਆਪਣੇ ਪ੍ਰਾਂਤ ਦੇ ਵਿੱਚ ਇੱਕ ਰਾਜੇ ਦੀ ਤਰ੍ਹਾਂ ਕੰਮ ਕਰਦਾ ਸੀ। ਉਸ ਤੋਂ ਬਾਅਦ ਸੈਕਿੰਡ ਪੁਆਇੰਟ ਹੈ ਬੱਚੇ, ਦੀਵਾਨ। ਸਿਪਾਹ ਸਲਾਰ ਤੋਂ ਬਾਅਦ ਦੂਸਰੇ ਦਰਜੇ ਤੇ ਦੀਵਾਨ ਹੁੰਦਾ ਸੀ। ਉਸ ਦੀ ਨਿਯੁਕਤੀ ਸਮਰਾਟ ਕੇਂਦਰੀ ਦੀਵਾਨ ਦੀ ਸਲਾਹ ਦੇ ਨਾਲ ਕਰਦਾ ਸੀ। ਉਸ ਦਾ ਪ੍ਰਬੰਧ ਜਿਹੜਾ ਸੀ ਸਿੱਧਾ ਕੇਂਦਰੀ ਸਰਕਾਰ ਦੇ ਨਾਲ ਹੀ ਹੁੰਦਾ ਸੀ। ਉਹ ਕਿਸੇ ਤਰ੍ਹਾਂ ਵੀ ਸਿਪਾਹ ਸਲਾਰ ਦੇ ਅਧੀਨ ਨਹੀਂ ਸੀ ਹੁੰਦਾ। ਜਿਸ ਤਰ੍ਹਾਂ ਸਿਪਾਹ ਸਲਾਰ ਅਸੀਂ ਹੁਣੇ ਕਿਹਾ ਕਿ ਉਹ ਦੂਸਰੇ ਸ਼ਬਦਾਂ ਵਿੱਚ ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਉਹ ਪ੍ਰਾਂਤ ਦੇ ਵਿੱਚ ਇੱਕ ਸ਼ਾਸਕ ਦੀ ਤਰ੍ਹਾਂ ਕੰਮ ਕਰਦਾ ਸੀ, ਪਰ ਉਸ ਦੇ ਨੀਚੇ ਜਿਹੜੇ ਕੰਮ ਕਰਨ ਵਾਲੇ ਅਧਿਕਾਰੀ ਸੀ ਉਹਨਾਂ ਦੀ ਨਿਯੁਕਤੀ ਸਿੱਧੇ ਤੌਰ ਤੇ ਸਮਰਾਟ ਦੁਆਰਾ ਕੀਤੀ ਜਾਂਦੀ ਸੀ। ਉਹ ਇਸ ਲਈ ਕੀਤੀ ਜਾਂਦੀ ਸੀ ਕਿ ਕਿਤੇ ਜਿਹੜਾ ਸਿਪਾਹ ਸਲਾਰ ਹੈ ਦੂਸਰੇ ਅਧਿਕਾਰੀਆਂ ਤੇ ਆਪਣੇ ਕਿਸੇ ਤਰ੍ਹਾਂ ਦਾ ਪ੍ਰਭਾਵ ਨਾ ਬਣਾ ਲਵੇ। ਦੀਵਾਨ ਦੇ ਜਿਹੜੇ ਸੀ ਮੁੱਖ ਕੰਮ ਉਹ ਸਨ ਪ੍ਰਾਂਤ ਦੀ ਆਮਦਨ ਤੇ ਖਰਚ ਦਾ ਹਿਸਾਬ ਰੱਖਣਾ, ਕਿਸਾਨਾਂ ਨੂੰ ਕਰਜ਼ੇ ਦੇਣਾ, ਮਾਲ ਵਿਭਾਗ ਦੇ ਕਰਮਚਾਰੀਆਂ ਦੀ ਨਿਗਰਾਨੀ ਕਰਨਾ, ਦੀਵਾਨੀ ਮੁਕੱਦਮਿਆਂ ਦਾ ਫੈਸਲਾ ਕਰਨਾ ਆਦਿ ਉਸ ਦੇ ਕੰਮ ਹੁੰਦੇ ਸਨ। ਉਸ ਤੋਂ ਬਾਅਦ ਹੈ ਬਖਸ਼ੀ। ਬਖਸ਼ੀ ਜਿਹੜਾ ਹੁੰਦਾ ਸੀ ਉਹ ਸੈਨਿਕ ਅਧਿਕਾਰੀ ਹੁੰਦਾ ਸੀ। ਸਾਰੀ ਸੈਨਾ ਜਿਹੜੀ ਸੀ ਪ੍ਰਾਂਤ ਦੀ ਉਸ ਦੇ ਅੰਡਰ ਹੁੰਦੀ ਸੀ। ਬਖਸ਼ੀ ਦੀ ਨਿਯੁਕਤੀ ਸਮਰਾਟ ਖੁਦ ਕਰਦਾ ਸੀ ਤੇ ਉਸ ਦੀ ਨਿਯੁਕਤੀ ਕਰਨ ਲਈ ਉਹ ਮੀਰ ਬਖਸ਼ੀ ਦੀ ਸਲਾਹ ਲੈਂਦਾ ਸੀ। ਬਖਸ਼ੀ ਦਾ ਕੰਮ ਸੈਨਾ ਨੂੰ ਤਿਆਰ ਰੱਖਣਾ, ਸੈਨਿਕਾਂ ਦਾ ਹੁਲੀਆ ਨੋਟ ਕਰਨਾ, ਘੋੜਿਆਂ ਨੂੰ ਦਾਗਣਾ, ਸੈਨਿਕਾਂ ਨੂੰ ਹਰ ਵੇਲੇ ਯੁੱਧ ਲਈ ਤਿਆਰ ਰੱਖਣਾ ਹੁੰਦਾ ਸੀ। ਉਸ ਤੋਂ ਬਾਅਦ ਹੈ ਸਦਰ। ਸਦਰ ਜਿਹੜਾ ਸੀ ਇਹ ਇੱਕ ਧਾਰਮਿਕ ਲੀਡਰ ਹੁੰਦਾ ਸੀ, ਅਧਿਕਾਰੀ ਹੁੰਦਾ ਸੀ। ਇਸ ਦੇ ਜਿਹੜੇ ਮੁੱਖ ਕੰਮ ਹੁੰਦੇ ਸਨ ਉਹ ਇਹ ਸੀ ਕਿ ਮਹਾਤਮਾ ਅਤੇ ਪੀਰਾਂ ਫਕੀਰਾਂ ਦੀ ਸੂਚੀ ਤਿਆਰ ਕਰਨਾ। ਉਹ ਸੂਚੀ ਇਸ ਲਈ ਤਿਆਰ ਕੀਤੀ ਜਾਂਦੀ ਸੀ ਕਿਉਂਕਿ ਉਹਨਾਂ ਦੀ ਜਿਹੜੀ ਜ਼ਰੂਰਤ ਹੁੰਦੀ ਸੀ ਉਸ ਜ਼ਰੂਰਤ ਦੇ ਅਨੁਸਾਰ ਉਹਨਾਂ ਨੂੰ ਸਰਕਾਰ ਵੱਲੋਂ ਅਨੁਦਾਨ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਹੈ ਕਾਜੀ। ਜਿਸ ਤਰ੍ਹਾਂ ਅਸੀਂ ਸੈਂਟਰ ਵਿੱਚ ਪੜ੍ਹਿਆ, ਕੇਂਦਰ ਸਰਕਾਰ ਵਿੱਚ ਪੜ੍ਹਿਆ ਕਿ ਉੱਥੇ ਮੁੱਖ ਕਾਜੀ ਹੁੰਦਾ ਸੀ, ਇਸੇ ਤਰ੍ਹਾਂ ਪ੍ਰਾਂਤਾਂ ਦੇ ਵਿੱਚ ਵੀ ਕਾਜੀ ਦੀ ਨਿਯੁਕਤੀ ਕੀਤੀ ਗਈ। ਇਸ ਦੀ ਨਿਯੁਕਤੀ ਵੀ ਸ਼ਾਸਕ ਦੁਆਰਾ, ਸਮਰਾਟ ਦੁਆਰਾ ਕੀਤੀ ਜਾਂਦੀ ਸੀ ਤੇ ਇਸ ਦੀ ਨਿਯੁਕਤੀ ਮੁੱਖ ਕਾਜੀ ਦੀ ਸਲਾਹ ਨਾਲ ਕੀਤੀ ਜਾਂਦੀ ਸੀ। ਇਹ ਇੱਕ ਨਿਆਇਧੀਸ਼ ਸੀ ਤੇ ਜਿਸ ਦਾ ਮੁੱਖ ਕੰਮ ਸੀ ਫੌਜਦਾਰੀ ਮੁਕੱਦਮਿਆਂ ਦਾ ਫੈਸਲਾ ਕਰਨਾ। ਤੇ ਆਮ ਤੌਰ ਤੇ ਸਦਰ ਅਤੇ ਕਾਜੀ ਦੇ ਕੰਮ ਇੱਕੋ ਹੀ ਵਿਅਕਤੀ ਨੂੰ ਸੌਂਪ ਦਿੱਤੇ ਜਾਂਦੇ ਸੀ। ਉਸ ਤੋਂ ਬਾਅਦ ਹੈ ਵਾਕਿਆ ਨਵੀਜ਼। ਜਿਵੇਂ ਬੱਚੇ ਹਰ ਰੋਜ਼ ਕੋਈ ਨਾ ਕੋਈ ਘਟਨਾ, ਦਿਨ ਤੋਂ ਲੈ ਕੇ ਰਾਤ ਤੱਕ ਹਰ ਰੋਜ਼ ਕੋਈ ਨਾ ਕੋਈ ਘਟਨਾ ਵਾਪਰਦੀ ਹੈ। ਇਹ ਘਟਨਾ ਨੂੰ ਲਿਖਤੀ ਰੂਪ ਦੇਣਾ ਸ਼ੁਰੂ ਕਰ ਦਿੱਤਾ ਗਿਆ। ਇਸ ਲਈ ਇੱਕ ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਜਿਸ ਨੂੰ ਵਾਕਿਆ ਨਵੀਜ਼ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਹਰ ਰੋਜ਼ ਦੀ ਘਟਨਾਵਾਂ ਨੂੰ ਲਿਖਤੀ ਰੂਪ ਦਿੰਦੇ ਸਨ ਤੇ ਟਾਈਮ ਟੂ ਟਾਈਮ ਸਮਰਾਟ ਨੂੰ ਉਹ ਸਾਰੀ ਰਿਪੋਰਟ ਭੇਜਦੇ ਸਨ, ਜਿਸ ਨਾਲ ਇੱਕ ਰਿਕਾਰਡ ਸ਼ੁਰੂ ਹੋ ਗਿਆ ਤੇ ਇਹਨਾਂ ਵਾਕਿਆ ਨਵੀਸਾਂ ਦੀ ਮਦਦ ਲਈ ਕਈ ਤਰ੍ਹਾਂ ਦੇ ਇਹਨਾਂ ਨੂੰ ਜਾਸੂਸ ਦਿੱਤੇ ਜਾਂਦੇ ਸਨ। ਉਸ ਤੋਂ ਬਾਅਦ ਹੈ ਬੱਚੇ ਕੋਤਵਾਲ। ਕੋਤਵਾਲ ਜਿਹੜਾ ਹੁੰਦਾ ਸੀ ਸੂਬੇ ਦੇ ਮਹੱਤਵਪੂਰਨ ਸ਼ਹਿਰਾਂ ਵਿੱਚ ਇੱਕ ਪ੍ਰਸਿੱਧ ਅਧਿਕਾਰੀ ਸੀ।
ਜਿਸ ਨੂੰ ਕੋਤਵਾਲ ਕਿਹਾ ਜਾਂਦਾ ਸੀ। ਸ਼ਹਿਰ ਦੇ ਵਿੱਚ ਸ਼ਾਂਤੀ ਵਿਵਸਥਾ ਬਣਾਈ ਰੱਖਣਾ, ਨਗਰਾਂ ਦੀ ਸਫਾਈ ਦਾ ਠੀਕ ਪ੍ਰਬੰਧ ਕਰਨਾ, ਵੇਸ਼ਵਾ ਇਸਤਰੀਆਂ ਦੀ ਅਤੇ ਸ਼ਰਾਬ ਪੀਣ ਵਾਲੇ ਪੁਰਸ਼ਾਂ ਉੱਪਰ ਇਹ ਕਰੜੀ ਨਜ਼ਰ ਰੱਖਦੇ ਸਨ ਅਤੇ ਵਪਾਰੀਆਂ ਦੇ ਵੀ ਪੂਰਾ ਇਹਨਾਂ ਦਾ ਕੰਟਰੋਲ ਹੁੰਦਾ ਸੀ। ਜੇਕਰ ਸ਼ਹਿਰ ਵਿੱਚ ਕੋਈ ਬਾਹਰੋਂ ਪਰਦੇਸੀ ਆਇਆ ਹੁੰਦਾ ਸੀ, ਉਸ ਪਰਦੇਸੀ ਨੂੰ ਹਰ ਤਰ੍ਹਾਂ ਦੀ ਇਹ ਫੈਸਿਲਿਟੀ ਵੀ ਉਪਲਬਧ ਕਰਵਾਉਂਦੇ ਸਨ। ਇਹ ਸਾਰੇ ਪੁਆਇੰਟਸ ਨੋਟ ਕਰੋ ਬੱਚੇ ਤੁਸੀਂ। ਉਸ ਤੋਂ ਬਾਅਦ ਅਸੀਂ ਕਰਾਂਗੇ ਕਿ ਜੋ ਅਸੀਂ ਇਹ ਪ੍ਰਾਂਤਕ ਸਾਰਾ ਪ੍ਰਸ਼ਾਸਨ ਵੇਖਿਆ, ਸਿਪਾਹ ਸਲਾਰ, ਦੀਵਾਨ, ਬਖਸ਼ੀ, ਸਦਰ, ਕਾਜੀ, ਵਾਕਿਆ ਨਵੀਜ਼, ਕੋਤਵਾਲ, ਕਿ ਇਹ ਸਾਰਾ ਪ੍ਰਸ਼ਾਸਨ ਠੀਕ ਢੰਗ ਨਾਲ ਚੱਲਦਾ ਰਿਹਾ ਕਿ ਇਹਨਾਂ ਦੇ ਉੱਪਰ ਵੀ ਕਿਸੇ ਤਰ੍ਹਾਂ ਦੀ ਕੋਈ ਰੋਕ ਸੀ। ਹੁਣ ਅਸੀਂ ਉਸੇ ਪੁਆਇੰਟ ਨੂੰ ਕਰਾਂਗੇ, ਪ੍ਰਾਂਤਕ ਰਾਜ ਪ੍ਰਬੰਧ ਦੀ ਕੁਸ਼ਲਤਾ ਤੇ ਕੀ ਕਾਰਨ ਸਨ ਕਿ ਇੰਨਾ ਵਿਸ਼ਾਲ ਸਾਮਰਾਜ ਸੀ, ਉਸਨੂੰ 15 ਪ੍ਰਾਂਤਾਂ ਦੇ ਵਿੱਚ ਵੰਡਿਆ ਹੋਇਆ ਸੀ ਕਿ ਇਹਨਾਂ ਪ੍ਰਾਂਤਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਤਾਲਮੇਲ ਸੀ ਜਾਂ ਫਿਰ ਸਮਰਾਟ ਇਹਨਾਂ ਤੇ ਨਿਗਰਾਨੀ ਰੱਖਦਾ ਸੀ। ਹੁਣ ਉਹੀ ਪੁਆਇੰਟ ਅਸੀਂ ਕਰਾਂਗੇ। ਸਭ ਤੋਂ ਪਹਿਲਾ ਜਿਹੜਾ ਸਾਡਾ ਪੁਆਇੰਟ ਹੈ ਬੱਚੇ ਕਿ ਪ੍ਰਾਂਤ ਦੇ ਸੂਬੇਦਾਰ ਨੂੰ ਰਾਜ ਪ੍ਰਬੰਧ ਦੀਆਂ ਸਾਰੀਆਂ ਸ਼ਕਤੀਆਂ ਨਾ ਦਿੱਤੀਆਂ ਗਈਆਂ। ਹੁਣ ਅਸੀਂ ਕਰ ਰਹੇ ਹਾਂ ਕਿ ਪ੍ਰਾਂਤ ਦੇ ਸੂਬੇਦਾਰ ਨੂੰ, ਹੁਣ ਪ੍ਰਾਂਤ ਦਾ ਜਿਹੜਾ ਸੂਬੇਦਾਰ ਕੌਣ ਸੀ? ਨਾਜ਼ਿਮ ਜਾਂ ਸਿਪਾਹ ਸਲਾਰ। ਉਸ ਨੂੰ ਪ੍ਰਾਂਤ ਦਾ ਮੁਖੀਆ ਤੇ ਬਣਾਇਆ ਗਿਆ, ਪਰ ਸਾਰੀਆਂ ਸ਼ਕਤੀਆਂ ਨਹੀਂ ਸੌਂਪੀਆਂ ਗਈਆਂ ਸਨ। ਜਿਵੇਂ ਕਿ ਅਸੀਂ ਪਿੱਛੇ ਕੀਤਾ ਕਿ ਉਸ ਦੀ ਮਦਦ ਲਈ ਸਦਰ, ਬਖਸ਼ੀ, ਫਿਰ ਹੋਰ ਵੀ ਕਈ ਅਧਿਕਾਰੀ ਸਨ, ਪਰ ਉਹਨਾਂ ਦੀ ਡਾਇਰੈਕਟ ਜਿਹੜੀ ਭਰਤੀ ਸੀ, ਨਿਯੁਕਤੀ ਜਿਹੜੀ ਸੀ, ਉਹ ਸ਼ਾਸਕ ਦੁਆਰਾ ਕੀਤੀ ਜਾਂਦੀ ਸੀ। ਉਹ ਇਸ ਲਈ ਸ਼ਾਸਕ ਦੁਆਰਾ ਕੀਤੀ ਜਾਂਦੀ ਸੀ ਤਾਂ ਕਿ ਇਹ ਜਿਹੜੇ ਅਧਿਕਾਰੀ ਨੇ ਸੂਬੇ ਦੇ ਪ੍ਰਭਾਵ ਤੋਂ ਮੁਕਤ ਰਹਿਣ। ਸੈਕਿੰਡ ਪੁਆਇੰਟ ਹੈ, ਪ੍ਰਾਂਤਕ ਅਧਿਕਾਰੀਆਂ ਦੀਆਂ ਹਰ ਤੀਜੇ ਜਾਂ 5ਵੇਂ ਸਾਲ ਬਦਲੀਆਂ ਕੀਤੀਆਂ ਜਾਂਦੀਆਂ ਸੀ। ਜਿਵੇਂ ਕਿ ਕੋਈ ਇੱਕ ਪ੍ਰਾਂਤ ਦਾ ਨਾਜ਼ਿਮ ਹੈ ਤੇ ਉਸ ਨੂੰ ਤੀਜੇ ਜਾਂ 5ਵੇਂ ਸਾਲ ਉਸ ਜਗ੍ਹਾ ਤੋਂ ਬਦਲ ਦਿੱਤਾ ਜਾਂਦਾ ਸੀ। ਨੈਕਸਟ ਹੈ, ਕੇਂਦਰੀ ਸਰਕਾਰ ਪ੍ਰਾਂਤ ਦੇ ਵਿਦਰੋਹੀਆਂ ਜਾਂ ਪ੍ਰਾਂਤ ਦੇ ਆਸ-ਪਾਸ ਦੇ ਸੁਤੰਤਰ ਹਾਕਮਾਂ ਵਿਰੁੱਧ ਆਪਣੀ ਸੈਨਾ ਭੇਜਦੀ ਸੀ। ਕਈ ਪ੍ਰਾਂਤਾਂ ਦੇ ਖਾਸ ਅਸਥਾਨਾਂ ਤੇ ਕੇਂਦਰੀ ਸਰਕਾਰ ਨੇ ਆਪਣੇ ਥਾਣੇਦਾਰ ਨਿਯੁਕਤ ਕੀਤੇ ਸਨ ਜੋ ਪ੍ਰਾਂਤ ਦੀ ਸਰਕਾਰ ਦੇ ਅਧੀਨ ਨਹੀਂ ਸਨ। ਅਗਲਾ ਪੁਆਇੰਟ ਹੈ, ਹਰ ਇੱਕ ਸਰਕਾਰ ਦੇ ਫੌਜਦਾਰ ਦੀ ਨਿਯੁਕਤੀ ਵੀ ਕੇਂਦਰੀ ਸਰਕਾਰ ਵੱਲੋਂ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਹੈ, ਹਰ ਇੱਕ ਪ੍ਰਾਂਤ ਵਿੱਚ ਕੇਂਦਰੀ ਸਰਕਾਰ ਦੇ ਖੁਫੀਆ ਨਵੀਸ ਹੁੰਦੇ ਸਨ। ਕਈ ਤਰ੍ਹਾਂ ਦੇ ਜਾਸੂਸ ਹੁੰਦੇ ਸਨ ਜਿਹੜੇ ਸਮੇਂ-ਸਮੇਂ ਤੇ ਪ੍ਰਾਂਤ ਦੀਆਂ ਗੁਪਤ ਸੂਚਨਾਵਾਂ ਸ਼ਾਸਕ ਨੂੰ ਦਿੰਦੇ ਸਨ। 7ਵਾਂ ਪੁਆਇੰਟ ਹੈ ਕਿ ਬਾਦਸ਼ਾਹ ਜਿਹੜਾ ਸੀ ਆਪ ਵੀ ਸਮੇਂ-ਸਮੇਂ ਤੇ ਵੱਖ-ਵੱਖ ਪ੍ਰਾਂਤਾਂ ਦਾ ਦੌਰਾ ਕਰਦਾ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਅਕਬਰ ਜਿਹੜਾ ਸੀ ਉਹ ਆਮ ਲੋਕਾਂ ਦੇ ਭੇਸ ਵਿੱਚ ਲੋਕਾਂ ਦੇ ਵਿੱਚ ਘੁੰਮਦਾ ਫਿਰਦਾ ਹੁੰਦਾ ਸੀ ਤੇ ਲੋਕਾਂ ਕੋਲੋਂ ਅਧਿਕਾਰੀਆਂ ਦੀ ਰਿਪੋਰਟ ਲੈਂਦਾ ਹੁੰਦਾ ਸੀ ਤਾਂ ਕਿ ਅਧਿਕਾਰੀਆਂ ਤੇ ਕੜੀ ਨਿਗਰਾਨੀ ਰੱਖੀ ਜਾ ਸਕੇ। ਉਸ ਤੋਂ ਬਾਅਦ ਅਸੀਂ ਨੈਕਸਟ ਪੁਆਇੰਟ ਬੱਚੇ ਕਰਾਂਗੇ, ਸਰਕਾਰ ਦਾ ਪ੍ਰਬੰਧ। ਹਰ ਇੱਕ ਸੂਬੇ ਨੂੰ ਕਈ ਸਰਕਾਰਾਂ ਵਿੱਚ ਵੰਡਿਆ ਹੋਇਆ ਸੀ। ਅਕਬਰ ਦੇ ਸਮੇਂ ਸਰਕਾਰਾਂ ਦੀ ਗਿਣਤੀ ਜਿਹੜੀ ਸੀ 134 ਤੋਂ ਲੈ ਕੇ 192 ਤੱਕ ਸੀ ਤੇ ਇਸ ਦੇ ਵਿੱਚ ਫੌਜਦਾਰ, ਆਮਿਲਗੁਜ਼ਾਰ, ਬਤੀਕਚੀ ਅਤੇ ਖਜ਼ਾਨੇਦਾਰ 3 ਅਧਿਕਾਰੀ ਹੁੰਦੇ ਸਨ। ਸਭ ਤੋਂ ਪਹਿਲਾਂ ਅਸੀਂ ਕਰਾਂਗੇ ਫੌਜਦਾਰ। ਫੌਜਦਾਰ ਜਿਹੜਾ ਸੀ ਸੈਨਿਕ ਅਤੇ ਕਾਰਜਪਾਲਕ ਮੁਖੀ ਹੁੰਦਾ ਸੀ। ਉਸ ਦੇ ਕੰਮ ਜਿਹੜੇ ਸੀ ਲਗਭਗ ਉਹੀ ਸਨ ਜੋ ਸ਼ੇਰ ਸ਼ਾਹ ਸੂਰੀ ਦੇ ਸਮੇਂ ਸ਼ਿਕਦਾਰ ਦੇ ਹੋਇਆ ਕਰਦੇ ਸਨ। ਆਮਿਲਗੁਜ਼ਾਰ ਜਿਹੜਾ ਸੀ ਉਹ ਵਿੱਤ ਮੰਤਰੀ ਸੀ। ਉਸ ਦੀ ਮਦਦ ਲਈ ਬਤੀਕਚੀ ਤੇ ਖਜ਼ਾਨੇਦਾਰ ਹੁੰਦੇ ਸਨ ਜੋ ਕਰ ਇਕੱਠਾ ਕਰਨ ਵਿੱਚ ਉਸ ਦੀ ਮਦਦ ਕਰਦੇ ਸਨ। ਉਸ ਤੋਂ ਬਾਅਦ ਹੈ ਪਰਗਨੇ ਦਾ ਪ੍ਰਬੰਧ। ਪਰਗਨੇ ਦੇ ਵਿੱਚ ਸ਼ਿਕਦਾਰ, ਆਮਿਲ, ਕਾਨੂੰਗੋ, ਪੋਤਦਾਰ ਤੇ ਕਾਰਕੁਨ ਹੁੰਦੇ ਸਨ ਜਿਨ੍ਹਾਂ ਦਾ ਕੰਮ ਪਰਗਨੇ ਦੇ ਵਿੱਚ ਅਮਨ ਸ਼ਾਂਤੀ ਬਣਾਏ ਰੱਖਣਾ ਅਤੇ ਭੂਮੀ ਕਰ ਇਕੱਠੇ ਕਰਕੇ ਸੈਂਟਰ ਗਵਰਨਮੈਂਟ ਤੱਕ ਭੇਜਣਾ ਹੁੰਦਾ ਸੀ।
फिर लास्ट पॉइंट जिहड़ा है पिंडां दा प्रबंध। पिंडां दा प्रबंध पुराने ढंग नाल ही चलदा रहा। उत्थे पंचायत हुंदी सी ਜਿਹੜੇ कि पिंड की सफाई सिक्ख्या का प्रबंध करना, छोटे मोटे झगड़ियां का फैसला करना, लोगों की धार्मिक उन्नति लई यतन करना आदि काम करते सन। नैक्सट बच्चे साडा क्वेश्चन है कि लगान प्रणाली, मुगलों के समय लगान प्रणाली किहो जिही सी। हुण जदों असीं लगान प्रणाली की गल करते हाँ तो इहदे विच असीं लवांगे कि सब तो पहलां ते जप्ती प्रणाली जिहड़ी सी लागू कीती गई। ये जिहड़ी जप्ती प्रणाली सी हर जगह लागू नहीं सी कीती गई। ये सिर्फ इलाहाबाद, दिल्ली, आगरा, लाहौर, मालवा, अजमेर, अवध विच ही लागू कीती गई। इहदे विच की कीता जांदा सी, सब तो पहलां भूमि की मिणती कीती जांदी सी। मिणती लई एक विशेष गल यूज़ कीता जांदा सी जिहड़ा कि 33 इंच दा हुंदा सी। जमीन दा एक बीघा 3600 वर्ग गज का हुंदा सी ते इस लई जिहड़ी एक जरीब यूज़ कीती जांदी सी उसदे दोनों कोने जिहड़े सी लोहे दी पत्ती दे बने हुंदे सी। उस तो बाद भूमि का वर्गीकरण किया जाता सी। भूमि नूं 4 हिस्सिਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀ। ਪਹਿਲਾ ਹਿੱਸਾ ਜਿਹੜਾ ਹੈ ਇਸ ਦੇ ਵਿੱਚ ਸਾਰਾ ਸਾਲ खेती ਕੀਤੀ ਜਾਂਦੀ ਸੀ। ਇਸ ਨੂੰ ਕਿਹਾ ਜਾਂਦਾ ਸੀ ਪੋਲਜ਼। ਉਸ ਤੋਂ ਬਾਅਦ ਹੈ ਪਰੋਤੀ। ਪਰੋਤੀ ਇੱਕ ਅਜਿਹੀ ਧਰਤੀ ਸੀ ਜਿਹਦੇ ਤੇ ਇੱਕ ਵਾਰ खेती ਕਰਨ ਤੋਂ ਬਾਅਦ ਇਸ ਨੂੰ 1 ਸਾਲ ਜਾਂ 2 ਸਾਲ ਲਈ ਖਾਲੀ ਛੱਡ ਦਿੱਤਾ ਜਾਂਦਾ ਸੀ। ਫਿਰ ਹੈ ਛੱਛਰ। ਛੱਛਰ ਜਿਹੜੀ ਸੀ ਜ਼ਮੀਨ, ਇਸ ਤੇ ਇੱਕ ਵਾਰ खेती ਕਰਨ ਤੋਂ ਬਾਅਦ ਇਸ ਨੂੰ 3 ਜਾਂ 4 ਸਾਲ ਲਈ ਖਾਲੀ ਛੱਡ ਦਿੱਤਾ ਜਾਂਦਾ ਸੀ। ਬੰਜਰ ਇੱਕ ਅਜਿਹੀ ਜ਼ਮੀਨ ਸੀ ਜਿਸ ਤੇ ਕਦੇ ਵੀ खेती नहीं ਸੀ ਹੋ ਪਾਉਂਦੀ, ਕਿਉਂਕਿ ਇਸ ਲਈ ਇਸ ਜਗ੍ਹਾ ਨੂੰ ਖਾਲੀ ਹੀ ਛੱਡ ਦਿੱਤਾ ਜਾਂਦਾ ਸੀ। ਫਿਰ ਹੈ ਭੂਮੀਕਰ ਜਿਹੜਾ ਸੀ ਉਹ ਜ਼ਮੀਨ ਦੇ ਵਰਗੀਕਰਨ ਦੇ ਆਧਾਰ ਤੇ ਨਿਰਧਾਰਿਤ ਹੁੰਦਾ ਸੀ। ਜਿਵੇਂ ਪੋਲਜ਼ ਅਤੇ ਪਰੋਤੀ ਜਿਹੜੀਆਂ ਕਿ ਖੇਤੀਯੋਗ ਜ਼ਮੀਨ ਸੀ ਉਸ ਤੇ 1/3 ਹਿੱਸਾ ਲਗਾਇਆ ਜਾਂਦਾ ਸੀ ਤੇ ਤੀਸਰੀ ਜਿਹੜੀ ਜ਼ਮੀਨ ਹੈ ਛੱਛਰ ਉਸ ਤੇ 1/15, दूसरे साल 2/15, तीसरे साल 1/5 हिस्सा मुकर्रर किया जाता सी। भूमिकर जिहड़ा सी ओह किसान जिहड़े सी लगान जिहड़ा अपना सी अनाज जां नकदी दोनां दे विच दे सकदे सन। ये जरूरी नहीं सी कि किसान किसी तरह बाउंड हुंदा सी कि वह भूमिकर अनाज दे रूप विच दवे जां फिर नकदी दे विच, ये उसदी अपनी मर्जी हुंदी सी। उस तो बाद नैक्सट पॉइंट साडा है पट्टा अते कबूलियत। पट्टे विच बच्चे की किया जाता सी, किसान नूं एक पत्र दिता जाता सी, उहदे विच उसदी जमीन दी किस्म, उस ते लगाया गया कर, ये उसनूं दस्सिया जाता सी ते उसनूं जिहड़ा दूसरा पत्र दिता जाता सी उहदे विच किसान लिख के दिंदा सी कि हाँ जो मेरे ते कर लगाया गया है वह बिल्कुल ठीक है, उसनूं कहा जाता सी कबूलियत। फिर लगान इकट्ठा करन दा जिहड़ा काम सी ओह आमिल गुजार करदा सी ते उसदी मदद लई कानगो, पटवारी अते मुकदम हुंदे सन। ये सारे पॉइंट्स तुसीं बच्चे नोट करो। उस तो बाद असीं करांगे बटाई जां गला बख्शी प्रणाली। बटाई जां गला बख्शी प्रणाली हर एक जगह ते नहीं सी। यह प्रणाली जिहड़ी सी सिर्फ बंगाल ते उड़ीसा इस जिहड़ी प्रणाली सी सिर्फ कश्मीर सिंध ते ही सी ते इस दे विच की कीता जांदा सी कि जदों फसल पूरी तरह कट लई जांदी सी उस दे 3 हिस्से बना लए जांदे सी। एक हिस्सा सरकार ले लैंदी सी ते 2 हिस्से किसान अपने कोल रखदा सी। तीसरी है नसक जां कनकूट प्रणाली। इहदे विच खड़ी फसल ते ही अनुमान लगा लिया जांदा सी, जिस नाल सिर्फ यह जिहड़ा कर सी सिर्फ अनुमान ते आधारित हुंदा सी। इसलिए इस प्रणाली नूं बहुता प्रशंसनीयोग नहीं सी मन्निया जांदा। अकबर दी लगान संबंधी जिहड़ी प्रणाली है उस दे बारे विद्वानां ने कुछ विद्वानां ने विरोध किया है, पर अकबर दी जिहड़ी लगान संबंधी प्रणाली सी वो किसानां नूं पूरी तरह संतुष्ट करन विच योगदान जां कह सकदे हां कि बिल्कुल ठीक रही सी। उस तो बाद है कि अकबर तो बाद
ਲਗਾਨ ਪ੍ਰਣਾਲੀ ਦੇ ਵਿੱਚ ਥੋੜਾ ਪਰਿਵਰਤਨ ਆਇਆ, ਕਿਉਂਕਿ ਔਰੰਗਜ਼ੇਬ ਵਰਗੇ ਸ਼ਾਸਕ ਆ ਗਏ ਸੀ। ਉਹਨਾਂ ਨੇ ਆਪਣੀ ਆਮਦਨ ਵਧਾਉਣ ਲਈ ਕਿਸਾਨਾਂ ਤੇ ਜ਼ਿਆਦਾ ਬੋਝ ਪਾ ਦਿੱਤਾ ਸੀ, ਜ਼ਿਆਦਾ ਉਹਨਾਂ ਦਾ ਕਰ ਬਣਾ ਦਿੱਤਾ ਸੀ। ਸਾਡਾ ਨੈਕਸਟ ਪੁਆਇੰਟ ਹੈ ਆਮਦਨ ਦੇ ਹੋਰ ਸਾਧਨ। ਇਸ ਤੋਂ ਇਲਾਵਾ ਸਰਕਾਰ ਨੂੰ ਮਨਸਬਦਾਰਾਂ ਦੀਆਂ ਤਨਖਾਹਾਂ, ਚੁੰਗੀ ਕਰ, ਨਮਕ ਕਰ, ਸਮਰਾਟ ਨੂੰ ਸਰਦਾਰਾਂ ਅਤੇ ਵਿਦੇਸ਼ੀਆਂ ਵੱਲੋਂ ਦਿੱਤੀਆਂ ਗਈਆਂ ਭੇਟਾਂ ਤੇ ਯੁੱਧ ਦੇ ਵਿੱਚੋਂ ਪ੍ਰਾਪਤ ਹੋਇਆ ਸਮਾਨ, ਇਹ ਸਾਰੇ ਆਮਦਨ ਦੇ ਹੋਰ ਵੀ ਸਾਧਨ ਸਨ। ਲਾਸਟ ਪੁਆਇੰਟ ਹੈ ਬੱਚੇ ਦਾ ਖਰਚ। ਖਰਚ ਦੇ ਵਿੱਚ ਹੈ ਰਾਜ ਮਹਿਲ ਅਤੇ ਹਰਮ ਦਾ ਖਰਚ, ਮਨਸਬਦਾਰਾਂ ਦੇ ਵੇਤਨ, ਮਹਿਲਾਂ, ਕਿਲਿਆਂ, ਮਕਬਰਾਂ, ਸੜਕਾਂ, ਨਹਿਰਾਂ, ਪੁਲਾਂ ਆਦਿ ਦੀ ਉਸਾਰੀ ਤੇ ਖਰਚ ਕੀਤੇ ਜਾਂਦੇ ਸਨ। ਹੁਣ ਬੱਚੇ ਅਸੀਂ ਗੱਲ ਕਰਦੇ ਹਾਂ ਨਿਆਂ ਪ੍ਰਬੰਧ ਦੀ। ਜਿਵੇਂ ਅਸੀਂ ਕੀਤਾ ਕੇਂਦਰ, ਪ੍ਰਾਂਤ, ਸਰਕਾਰ, ਪਿੰਡ, ਜੋ ਉੱਥੇ ਦੇ ਮੁੱਖ ਅਧਿਕਾਰੀ ਸਨ, ਜਿਵੇਂ ਕੇਂਦਰ ਵਿੱਚ ਰਾਜਾ ਸੀ, ਮੁੱਖ ਕਾਜੀ ਤੇ ਮੁੱਖ ਸਦਰ, ਇਹ ਪੂਰੀ ਤਰ੍ਹਾਂ ਨਿਆਂ ਕਰਦੇ ਸਨ। ਪ੍ਰਾਂਤਾਂ ਦੇ ਵਿੱਚ ਸੂਬੇਦਾਰ, ਦੀਵਾਨ, ਕਾਜੀ ਦੀ ਜ਼ਿੰਮੇਵਾਰੀ ਸੀ ਨਿਆਂ ਸੰਬੰਧੀ। ਸਰਕਾਰ ਅਤੇ ਪਰਗਨੇ ਦੇ ਵਿੱਚ ਇਸੇ ਤਰ੍ਹਾਂ ਨਿਆਂ ਪ੍ਰਬੰਧ ਜਿਹੜਾ ਹੁੰਦਾ ਸੀ, ਜੇਕਰ ਕੋਈ ਸੈਟੀਸਫਾਈ ਨਹੀਂ ਸੀ ਹੁੰਦਾ ਤੇ ਉਹ ਸਿੱਧਾ ਪ੍ਰਾਂਤਕ ਅਦਾਲਤਾਂ ਵਿੱਚ ਜਾ ਸਕਦਾ ਸੀ। ਜੇ ਉਹਨਾਂ ਨੂੰ ਲੱਗਦਾ ਸੀ ਕਿ ਉੱਥੇ ਵੀ ਉਹਨਾਂ ਨੂੰ ਨਿਆਂ ਨਹੀਂ ਮਿਲਿਆ ਤੇ ਉਹ ਸਿੱਧਾ ਕੇਂਦਰ ਅਦਾਲਤਾਂ ਵਿੱਚ ਜਾ ਸਕਦਾ ਸੀ। ਪਿੰਡਾਂ ਵਿੱਚ ਨਿਆਂ ਪ੍ਰਬੰਧ ਜਿਹੜਾ ਸੀ ਪੰਚਾਇਤ ਕਰਦੀ ਸੀ ਤੇ ਪੰਚਾਇਤ ਬੜੇ ਹੀ ਸੁਲਝੇ ਹੋਏ ਤਰੀਕੇ ਨਾਲ ਲੋਕਾਂ ਨੂੰ ਸੈਟੀਸਫਾਈ ਕਰ ਲੈਂਦੇ ਸਨ। ਉਸ ਤੋਂ ਬਾਅਦ ਹੈ ਕਾਨੂੰਨ। ਕਾਨੂੰਨ ਜਿਹੜੇ ਸਨ ਲਿਖਤੀ ਨਹੀਂ ਸਨ। ਕਾਨੂੰਨ ਕੁਰਾਨ ਸ਼ਰੀਫ, ਪੈਗੰਬਰਾਂ ਦੇ ਕਥਨ, ਮੁਸਲਿਮ ਰੀਤੀ ਰਿਵਾਜਾਂ ਤੇ ਆਧਾਰਿਤ ਹੁੰਦੇ ਸਨ। ਜਦੋਂ ਹਿੰਦੂਆਂ ਦੇ ਕਿਸੇ ਤਰ੍ਹਾਂ ਦੇ ਕੋਈ ਕੇਸ ਕੀਤਾ ਜਾਂਦਾ ਸੀ, ਉਸ ਨੂੰ ਸੋਲਵ ਕੀਤਾ ਜਾਂਦਾ ਸੀ ਤੇ ਉਹਨਾਂ ਦੇ ਰੀਤੀ ਰਿਵਾਜਾਂ ਨੂੰ ਧਿਆਨ ਵਿੱਚ ਰੱਖ ਲਿਆ ਜਾਂਦਾ ਸੀ। ਸਜ਼ਾਵਾਂ ਜਿਹੜੀਆਂ ਸਨ ਉਹ ਬੜੀਆਂ ਹੀ ਸਖਤ ਸਨ, ਕਿਉਂਕਿ ਜੇਕਰ ਕੋਈ ਚੋਰੀ ਕਰਦਾ ਸੀ, ਪਰਾਈ ਇਸਤਰੀ ਵੱਲ ਬੁਰੀ ਨਜ਼ਰ ਰੱਖਦਾ ਸੀ ਤੇ ਉਹਨਾਂ ਦੇ ਸਰੀਰ ਦੇ ਅੰਗ ਕੱਟ ਲਏ ਜਾਂਦੇ ਸਨ ਤਾਂ ਕਿ ਦੂਸਰਿਆਂ ਨੂੰ ਉਸ ਚੀਜ਼ ਤੋਂ ਸਬਕ ਮਿਲ ਸਕੇ। ਮੌਤ ਦੀ ਸਜ਼ਾ ਜਿਹੜੀ ਸੀ ਸਿਰਫ ਬਾਦਸ਼ਾਹ ਹੀ ਦੇ ਸਕਦਾ ਸੀ ਤੇ ਜੇਕਰ ਕਿਸੇ ਹੋਰ ਨੇ ਆਪਣੀ ਕਚਹਿਰੀ ਵਿੱਚ ਦੇਣੀ ਹੁੰਦੀ ਸੀ ਤੇ ਉਸ ਦੀ ਪਰਮਿਸ਼ਨ ਉਹਨਾਂ ਨੂੰ ਸਮਰਾਟ ਕੋਲੋਂ ਲੈਣੀ ਪੈਂਦੀ ਸੀ। ਤੇ ਜੇਕਰ ਕੋਈ ਅਪਰਾਧੀ ਕੜਾ ਜੁਰਮ ਕਰਦਾ ਸੀ, ਜੇਕਰ ਕੋਈ ਵੱਡੇ ਸਰਦਾਰ, ਰਾਜਕੁਮਾਰ ਸੀ, ਇਹ ਕਿਸੇ ਦਾ ਜੁਰਮ ਕਰਦੇ ਸੀ ਤੇ ਇਹਨਾਂ ਨੂੰ ਗਵਾਲੀਅਰ ਅਤੇ ਰਣਥੰਭੋਰ ਦੇ ਕਿਲਿਆਂ ਵਿੱਚ ਬੰਦੀ ਬਣਾ ਲਿਆ ਜਾਂਦਾ ਸੀ। ਇਸ ਤਰ੍ਹਾਂ ਬੱਚੇ ਤੁਸੀਂ ਦੇਖਦੇ ਹੋ ਕਿ ਮੁਗਲ ਕਾਲ ਦੇ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਵੀ ਅਪਰਾਧ ਕਰਨ ਤੇ ਜੁਰਮਾਨਾ, ਨੌਕਰੀ ਤੋਂ ਹਟਾ ਦੇਣਾ, ਜਾਇਦਾਦ ਖੋਹ ਲੈਣੀ ਆਦਿ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਕੇਂਦਰ ਵਿੱਚ ਜਿਹੜੇ ਸ਼ਾਸਕ ਸਨ, ਜਿਹੜਾ ਬਾਦਸ਼ਾਹ ਸੀ, ਜਿਵੇਂ ਮੁਗਲ ਸਮਰਾਟ ਅਕਬਰ ਸੀ, ਉਹ ਪ੍ਰਾਂਤਕ ਅਦਾਲਤਾਂ, ਸਰਕਾਰ, ਪਰਗਨੇ, ਪਿੰਡ ਸਮੇਂ-ਸਮੇਂ ਤੇ ਇਹਨਾਂ ਦਾ ਨਿਰੀਖਣ ਕਰਨ ਜਾਂਦੇ ਸਨ। ਉਹਨਾਂ ਦਾ ਪਰਪਸ ਇਹ ਹੁੰਦਾ ਸੀ ਕਿ ਕਿਸੇ ਵੀ ਇਨਸਾਨ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਨਾ ਹੋ ਜਾਵੇ। ਜਿਵੇਂ ਕਿ ਪਿੰਡ ਨੇ ਤੇ ਪਿੰਡਾਂ ਦੇ ਉੱਪਰ ਉਹਨਾਂ ਨੇ ਸਰਕਾਰ ਬਣਾਈ ਹੋਈ ਸੀ, ਸਰਕਾਰ ਦੇ ਉੱਪਰ ਪ੍ਰਾਂਤ ਤੇ ਪ੍ਰਾਂਤ ਦੇ ਉੱਪਰ ਕੇਂਦਰ। ਅਕਬਰ ਨੇ ਹਮੇਸ਼ਾ ਇਹ ਕੋਸ਼ਿਸ਼ ਕੀਤੀ ਕਿ ਹਿੰਦੂ ਜਨਤਾ ਨਾਲ ਕਿਸੇ ਤਰ੍ਹਾਂ ਦੀ ਕੋਈ ਜਾਤੀ ਨਾ ਹੋ ਜਾਵੇ ਤੇ ਉਹਨਾਂ ਨੇ ਜਦੋਂ ਵੀ ਇਨਸਾਫ ਕੀਤਾ ਹਮੇਸ਼ਾ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਿਆ। ਇਹਨਾਂ ਗੱਲਾਂ ਕਰਕੇ ਹੀ ਮੁਗਲ ਰਾਜ ਪ੍ਰਬੰਧ ਨੂੰ ਬੜੇ ਹੀ ਅਸੀਂ ਪ੍ਰਸ਼ੰਸਾ ਦੇ ਕਾਬਿਲ ਸਮਝਦੇ ਹਾਂ, ਕਿਉਂਕਿ ਇਹਨਾਂ ਨੇ ਬਾਹਰੋਂ ਆ ਕੇ ਵੀ ਪੂਰੀ ਤਰ੍ਹਾਂ ਭਾਰਤੀ ਸੱਭਿਅਤਾ ਨੂੰ, ਕਲਚਰ ਨੂੰ ਅਪਣਾ ਲਿਆ ਸੀ ਤੇ ਆਪਣੇ ਕਲਚਰ ਦੇ ਵਿੱਚ ਜਿਹੜੀਆਂ ਇਹਨਾਂ ਦੀਆਂ ਚੰਗੀਆਂ ਗੱਲਾਂ ਸੀ ਉਹਨਾਂ ਗੱਲਾਂ ਨੂੰ ਤੇ ਭਾਰਤੀ ਕਲਚਰ ਦੇ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਸੀ ਉਹਨਾਂ ਨੂੰ ਮਿਲਾ ਕੇ ਇੱਕ ਕੁਸ਼ਲ ਸ਼ਾਸਨ ਪ੍ਰਣਾਲੀ ਦਿੱਤੀ। ਉਮੀਦ ਹੈ ਤੁਹਾਨੂੰ ਇਹ ਸਭ ਸਮਝ ਲੱਗ ਗਿਆ ਹੋਵੇਗਾ। ਧੰਨਵਾਦ।